ਇਹ ਕਹਾਣੀ ਹਰਿਆਣਾ ਦੇ ਇੱਕ ਪਿੰਡ ਦੀ ਆ। ਆਓ ਸੁਣਦੇ ਹਾਂ। ਮੇਰੇ ਦਾਦਾ ਜੀ ਪਿੰਡ ਦੇ ਸਰਦਾਰ ਸੀ। ਪਿੰਡ ਵਿੱਚ ਜਿਸ ਕਿਸੇ ਦਾ ਵਿਆਹ ਹੁੰਦਾ ਉਹ ਆਪਣੀ ਵਹੁਟੀ ਇੱਕ ਰਾਤ ਦੇ ਲਈ ਸਾਡੀ ਹਵੇਲੀ ਭੇਜ ਦਿੰਦੇ। ਸਵੇਰੇ ਦਾਦਾ ਜੀ ਉਸ ਨੂੰ ਇੱਕ ਗਿਫਟ ਦਿੰਦੇ ਤੇ ਉਹ ਗਿਫਟ ਵਹੁਟੀ ਕਿਸੇ ਨੂੰ ਨਾ ਦਿਖਾਉਂਦੀ ਤੇ ਮਹੀਨੇ ਬਾਅਦ ਉਹ ਵਹੁਟੀ ਗਰਭਵਤੀ ਹੋ ਜਾਂਦੀ। ਪਿੰਡ ਦੇ ਲੋਕ ਦਾਦਾ ਜੀ ਦੀ ਬਹੁਤ ਇੱਜ਼ਤ ਕਰਦੇ। ਉਹਨਾਂ ਨੂੰ ਸਾਰੇ ਦਾਦਾ ਜੀ ਕਹਿੰਦੇ ਸਨ। ਉਹ ਮੇਰੇ ਪਾਪਾ ਜੀ ਦੇ ਚਾਚਾ ਜੀ ਲੱਗਦੇ ਸਨ। ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ। ਦਾਦਾ ਜੀ ਨੇ ਮੇਰਾ ਵਿਆਹ ਕਰਨ ਨੂੰ ਵੀ ਮਨਾ ਕੀਤਾ ਹੋਇਆ ਸੀ। ਉਹਨਾਂ ਨੇ ਇਹ ਕਹਿ ਰੱਖਿਆ ਸੀ ਕਿ ਜੇ ਇਸ ਦਾ ਵਿਆਹ ਕੀਤਾ ਤਾਂ ਆਪਣੇ ਤੇ ਭਾਰੀ ਪੈ ਜਾਣਾ। ਇਸ ਕਰਕੇ ਮੇਰੀ ਵੀ ਵਿਆਹ ਦੀ ਉਮਰ ਲੰਘਦੀ ਜਾਂਦੀ ਸੀ। ਇੱਕ ਦਿਨ ਪਿੰਡ ਵਿੱਚੋਂ ਨਵੀਂ ਵਿਆਹੀ ਵਹੁਟੀ ਸਾਡੇ ਘਰ ਆਈ। ਮੈਂ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਖੁਦ ਉਸ ਦੀ ਜਗ੍ਹਾ ਤਿਆਰ ਹੋ ਕੇ ਦਾਦਾ ਜੀ ਦੇ ਕਮਰੇ ਵਿੱਚ ਚਲੀ ਗਈ। ਅੰਦਰ ਜੋ ਮੇਰੇ ਨਾਲ ਹੋਇਆ ਮੂੰਹ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਮੇਰਾ ਨਾਮ ਗੀਤਾ ਹੈ। ਮੈਂ ਹਰਿਆਣੇ ਦੀ ਰਹਿਣ ਵਾਲੀ ਹਾਂ। ਆਪਣੀ ਜ਼ਿੰਦਗੀ ਵਿੱਚ ਕਈ ਚੀਜ਼ਾਂ ਅਜਿਹੀਆਂ ਜਿਸ ਨੂੰ ਦੱਸਣਾ ਆਪਣੇ ਲਈ ਬਹੁਤ ਮੁਸ਼ਕਿਲ ਹੁੰਦਾ। ਅਜਿਹਾ ਹੀ ਇੱਕ ਵਾਕਿਆ ਮੇਰੇ ਨਾਲ ਹੋਇਆ। ਪਿੰਡ ਵਿੱਚ ਮੇਰੇ ਦਾਦਾ ਜੀ ਦੀ ਬਹੁਤ ਇੱਜ਼ਤ ਸੀ। ਲੋਕ ਉਸ ਨੂੰ ਬਹੁਤ ਮੰਨਦੇ ਸੀ। ਸਾਡੇ ਪਿੰਡ ਵਿੱਚ ਇੱਕ ਅਜੀਬ ਰਿਵਾਜ ਸੀ। ਜਦੋਂ ਵੀ ਕਿਸੇ ਲੜਕੀ ਦਾ ਵਿਆਹ ਹੁੰਦਾ ਤਾਂ ਉਹ ਸਾਡੇ ਮਹਿਲ ਵਿੱਚ ਆਉਂਦੀ ਅਤੇ ਪੂਰੀ ਰਾਤ ਦਾਦਾ ਜੀ ਦੇ ਕਮਰੇ ਵਿੱਚ ਗੁਜ਼ਾਰਦੀ। ਮੈਨੂੰ ਇਹ ਗੱਲ ਹਮੇਸ਼ਾ ਹੀ ਅਜੀਬ ਲੱਗਦੀ ਸੀ। ਭਲਾ ਇਹ ਕੋਈ ਤਰੀਕਾ ਸੀ ਕਿ ਵਿਆਹ ਦੇ ਬਾਅਦ ਪਤਨੀ ਆਪਣੇ ਪਤੀ ਦੇ ਕੋਲ ਜਾਣ ਦੀ ਬਜਾਏ ਦਾਦਾ ਜੀ ਦੇ ਕਮਰੇ ਵਿੱਚ ਰਹੇ। ਮੈਂ 12 ਸਾਲ ਦੀ ਹੋਈ ਸੀ ਜਦੋਂ ਦੀ ਇਹ ਸਭ ਦੇਖਦੀ ਆ ਰਹੀ ਸੀ। ਪਹਿਲ ਤਾਂ ਇਹ ਗੱਲਾਂ ਦੀ ਸਮਝ ਨਹੀਂ ਸੀ, ਪਰ ਜਦੋਂ ਮੇਰੀ ਉਮਰ 25 ਸਾਲ ਤੇ ਪਹੁੰਚ ਗਈ ਤਾਂ ਮੈਂ ਬਹੁਤ ਵਾਰ ਆਪਣੀ ਮੰਮੀ ਤੋਂ ਇਹ ਗੱਲ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੁਝ ਨਾ ਦੱਸਦੀ। ਕਹਿੰਦੀ ਤੂੰ ਚੁੱਪ ਹੀ ਰਹਿ, ਖਬਰਦਾਰ ਅਜਿਹੀ ਕੋਈ ਗੱਲ ਪੁੱਛੀ ਤਾਂ। ਇਸ ਵਾਰ ਮੇਰੀ ਬਚਪਨ ਦੀ ਸਹੇਲੀ ਦਾ ਵਿਆਹ ਸੀ। ਮੇਰੀ ਉਸ ਨਾਲ ਬਹੁਤ ਗਹਿਰੀ ਦੋਸਤੀ ਸੀ। ਆਪਣੇ ਵਿਆਹ ਉੱਤੇ ਸਿੰਮੀ ਬਹੁਤ ਘਬਰਾਈ ਹੋਈ ਸੀ। ਮੈਂ ਉਸ ਨੂੰ ਛੇੜਦੇ ਹੋਏ ਕਿਹਾ, ਵਿਆਹ ਦੇ ਨਾਂ ਤੋਂ ਡਰ ਰਹੀ ਹਾਂ। ਜਿਸ ਤਰ੍ਹਾਂ ਕਰਨਾ ਸੀ ਤਾਂ ਵਿਆਹ ਕਿਉਂ ਕਰਵਾਉਣ ਲੱਗੀ? ਮੇਰੀ ਗੱਲ ਸੁਣ ਕੇ ਉਹਨੇ ਹਲਕੀ ਜਿਹੀ ਮੁਸਕਰਾਹਟ ਦਿੰਦੇ ਹੋਏ ਮੇਰੇ ਮੂੰਹ ਵੱਲ ਦੇਖਣ ਲੱਗੀ ਤੇ ਕਹਿਣ ਲੱਗੀ, ਨਹੀਂ, ਤੇਰੇ ਦਾਦਾ ਜੀ ਨੂੰ ਸੋਚ ਕੇ ਡਰ ਰਹੀ ਹਾਂ। ਸੱਚ ਦੱਸ, ਤੇਰੇ ਦਾਦਾ ਜੀ ਨਈ ਨਵੇਲੀ ਵਹੁਟੀ ਨੂੰ ਆਪਣੇ ਕਮਰੇ ਵਿੱਚ ਰਾਤ ਨੂੰ ਕਿਉਂ ਰੱਖਦੇ ਆ? ਮੈਨੂੰ ਤਾਂ ਆਪਣੇ ਹੋਣ ਵਾਲੇ ਪਤੀ ਅਤੇ ਪਿੰਡ ਦੇ ਬਾਕੀ ਲੋਕਾਂ ਦੀ ਮੂਰਖਤਾ ਤੇ ਹੈਰਾਨੀ ਹੁੰਦੀ ਆ। ਕਿਵੇਂ ਆਪਣੇ ਘਰ ਦੀ ਇੱਜ਼ਤ ਨੂੰ ਕਿਸੇ ਹੋਰ ਦੇ ਕਮਰੇ ਵਿੱਚ ਛੱਡ ਦਿੰਦੇ ਆ। ਸਿੰਮੀ ਦੀ ਗੱਲ ਸੁਣ ਕੇ ਮੈਨੂੰ ਦੁੱਖ ਹੋਇਆ। ਮੈਂ ਉਸ ਦੀ ਗੱਲ ਸੁਣ ਕੇ ਸੋਚਣ ਲੱਗੀ ਕਿ ਇਹ ਠੀਕ ਹੀ ਤਾਂ ਕਹਿ ਰਹੀ ਆ। ਉਸ ਦਿਨ ਦੁਲਹਨ ਬਣ ਕੇ ਵੀ ਸਿੰਮੀ ਦੇ ਚਿਹਰੇ ਤੇ ਰੌਣਕ ਨਹੀਂ ਸੀ। ਅੱਖਾਂ ਵਿੱਚ ਖੁਸ਼ੀ ਦੀ ਚਮਕ ਦੀ ਬਜਾਏ ਉਦਾਸੀ ਸੀ। ਰਿਵਾਜ ਦੇ ਮੁਤਾਬਿਕ ਉਹ ਵੀ ਵਿਆਹ ਤੋਂ ਬਾਅਦ ਸਾਡੇ ਮਹਿਲ ਵਿੱਚ ਆ ਗਈ। ਨਾ ਜਾਣੇ ਕਿਉਂ ਇਸ ਵਾਰ ਮੈਨੂੰ ਨੀਂਦ ਨਹੀਂ ਆ ਰਹੀ ਸੀ, ਕਿਉਂਕਿ ਮੈਨੂੰ ਪਤਾ ਕਰਨਾ ਸੀ ਕਿ ਆਖਿਰ ਇਹ ਲੜਕੀਆਂ ਦਾਦਾ ਜੀ ਦੇ ਕਮਰੇ ਵਿੱਚ ਕੀ ਕਰਦੀਆਂ। ਜਦੋਂ ਸਾਰੇ ਸੌਣ ਲਈ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ ਤਾਂ ਮੈਂ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਨਿਕਲੀ। ਮੇਰਾ ਕਮਰਾ ਉੱਪਰ ਵਾਲਾ ਪੋਰਸ਼ਨ ਸੀ ਤੇ ਦਾਦਾ ਜੀ ਦਾ ਕਮਰਾ ਨੀਚੇ ਵਾਲਾ ਪੋਰਸ਼ਨ ਵਿੱਚ। ਰਾਤ ਦੇ ਹਨੇਰੇ ਵਿੱਚ ਮੈਂ ਹੌਲੀ-ਹੌਲੀ ਹੇਠਾਂ ਉਤਰੀ। ਦਾਦਾ ਜੀ ਦੇ ਕਮਰੇ ਦੀ ਲਾਈਟ ਜਗ ਰਹੀ ਸੀ। ਇਸ ਦਾ ਮਤਲਬ ਉਹ ਜਾਗ ਰਹੇ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਸੁਣਾ ਦੇਖਾਂ ਕੀ ਹੋ ਰਿਹਾ, ਪਰ ਮੈਂ ਇਸ ਵਿੱਚ ਨਾਕਾਮ ਰਹੀ, ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਕਰ ਚੁੱਕੀ ਸੀ। ਹਰ ਵਾਰ ਨਾਕਾਮੀ ਦਾ ਮੂੰਹ ਦੇਖਣਾ ਪੈਂਦਾ ਸੀ। ਸਿੰਮੀ ਮੇਰੀ ਬਚਪਨ ਦੀ ਸਹੇਲੀ ਸੀ। ਅਸੀਂ ਦੋਨੋਂ ਇਕੱਠੀਆਂ ਕਾਲਜ ਤੱਕ ਪੜ੍ਹੀਆਂ ਸੀ। ਜਦੋਂ ਸਿੰਮੀ ਦਾ ਰਿਸ਼ਤਾ ਪੱਕਾ ਹੋਇਆ ਉਦੋਂ ਮੇਰੇ ਲਈ ਵੀ ਇੱਕ ਰਿਸ਼ਤਾ ਆਇਆ ਸੀ। ਉਹਨਾਂ ਨੂੰ ਮੈਂ ਪਸੰਦ ਸੀ, ਪਰ ਉਹ ਮੇਰੇ ਦਾਦਾ ਜੀ ਨੇ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਇਸ ਦਾ ਹਾਲੇ ਵਿਆਹ ਨਹੀਂ ਕਰਨਾ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਤੇ ਅਫਸੋਸ ਵੀ ਕਿ ਉਹ ਜੋ ਰਿਸ਼ਤਾ ਲੋਕ ਲੈ ਕੇ ਆਏ ਸੀ ਉਹ ਸਾਡੇ ਬਰਾਬਰ ਦੇ ਹੀ ਸੀ। ਤੇ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਦਾਦਾ ਜੀ ਨੇ ਮੇਰਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਦਾਦਾ ਜੀ ਇਸ ਤਰ੍ਹਾਂ ਕਿਉਂ ਕਰ ਰਹੇ ਸੀ। ਮੇਰੀਆਂ ਸਾਰੀਆਂ ਸਹੇਲੀਆਂ ਦੇ ਵਿਆਹ ਹੋ ਚੁੱਕੇ ਸੀ ਤੇ ਮੈਂ ਹੀ ਰਹਿ ਗਈ ਸੀ। ਮੈਂ ਉਸ ਦਿਨ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਕਿ ਦਾਦਾ ਜੀ ਲੜਕੀਆਂ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਆ ਤੇ ਲੋਕ ਇੰਨੇ ਮੂਰਖ ਕਿਵੇਂ ਹੋ ਸਕਦੇ ਆ ਜੋ ਆਪਣੀ ਸੱਜੀ ਸਜਾਈ ਦੁਲਹਨ ਦਾਦਾ ਜੀ ਦੇ ਕਮਰੇ ਵਿੱਚ ਛੱਡ ਦਿੰਦੇ ਆ। ਤੇ ਖੁਦ ਨਵੀਂ ਵਿਆਹੀ ਦੁਲਹਨ ਦੇ ਘਰ ਦੇ ਮੈਂਬਰ ਉਹਨਾਂ ਲਈ ਇੱਕ ਅਲੱਗ ਕਮਰਾ ਬਣਾਇਆ ਹੋਇਆ ਸੀ ਜਿੱਥੇ ਉਹ ਰਹਿੰਦੇ ਸੀ। ਮੈਨੂੰ ਉਹਨਾਂ ਦਾ ਕੁਝ ਵੀ ਸਮਝ ਨਹੀਂ ਆ ਰਿਹਾ ਸੀ।
ਮੈਂ ਦਰਵਾਜ਼ੇ ਦੀ ਵਿਰਲ ਰਾਹੀਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਸਾਹਮਣੇ ਸਫੇਦ ਰੰਗ ਦੀ ਦੀਵਾਰ ਤੋਂ ਬਿਨਾਂ ਕੋਈ ਦਿਖਾਈ ਨਾ ਦਿੱਤਾ। ਮੈਂ ਨਿਰਾਸ਼ ਹੋ ਕੇ ਹੌਲੀ-ਹੌਲੀ ਵਾਪਸ ਆਪਣੇ ਕਮਰੇ ਵਿੱਚ ਚਲੀ ਆਈ। ਕਮਰੇ ਵਿੱਚ ਆ ਕੇ ਮੈਨੂੰ ਨੀਂਦ ਨਹੀਂ ਆ ਰਹੀ। ਬਾਰ-ਬਾਰ ਇਹ ਖਿਆਲ ਆਉਂਦਾ ਕਿ ਕਮਰੇ ਵਿੱਚ ਕੀ ਹੋ ਰਿਹਾ ਹੋਵੇਗਾ। ਇੱਕ ਵਾਰ ਜਦੋਂ ਮੈਂ ਛੋਟੀ ਸੀ ਤਾਂ ਮੈਂ ਇਸੇ ਤਰ੍ਹਾਂ ਹੀ ਇੱਕ ਦਿਨ ਦੁਲਹਨ ਨੂੰ ਦਾਦਾ ਜੀ ਦੇ ਕਮਰੇ ਵਿੱਚ ਜਾਂਦੀ ਨੂੰ ਦੇਖਿਆ ਤਾਂ ਮੈਂ ਆਪਣੀ ਅੰਮੀ ਤੋਂ ਪੁੱਛਣ ਲੱਗੀ ਕਿ ਅੰਮੀ, ਜਦੋਂ ਤੁਹਾਡਾ ਵਿਆਹ ਹੋਇਆ ਸੀ ਤੁਸੀਂ ਵੀ ਦਾਦਾ ਜੀ ਦੇ ਕਮਰੇ ਵਿੱਚ ਗਏ ਸੀ? ਅੰਮੀ ਨੇ ਕਿਹਾ, ਚੁੱਪ ਕਰ ਬੇਸ਼ਰਮਾ, ਜਾ ਇੱਥੋਂ, ਤੇਰੀ ਉਮਰ ਨਹੀਂ ਇਹ ਸਭ ਗੱਲਾਂ ਕਰਨ ਦੀ। ਮੰਮੀ ਨੇ ਮੈਨੂੰ ਝਿੜਕ ਦਿੱਤਾ ਸੀ। ਉਦੋਂ ਮੇਰੀ ਉਮਰ 16 ਸਾਲ ਦੀ ਸੀ। ਸਵੇਰ ਹੋਈ ਤਾਂ ਮੇਰੀ ਸਹੇਲੀ ਬਾਹਰ ਆਈ ਤੇ ਉਸਦੇ ਹੱਥ ਵਿੱਚ ਇੱਕ ਤੋਹਫੇ ਦਾ ਡੱਬਾ ਸੀ। ਮੈਂ ਉਸੇ ਵਕਤ ਸਿੰਮੀ ਦੇ ਕੋਲ ਗਈ ਤੇ ਉਸ ਦਾ ਹੱਥ ਫੜਿਆ ਅਤੇ ਆਪਣੇ ਕਮਰੇ ਵਿੱਚ ਲੈ ਗਈ। ਉਹ ਬਿਲਕੁਲ ਚੁੱਪਚਾਪ ਸੀ। ਮੈਂ ਉਸ ਨੂੰ ਪੁੱਛਿਆ, ਸਿੰਮੀ ਦੱਸ, ਦਾਦੇ ਦੇ ਕਮਰੇ ਵਿੱਚ ਕੀ ਸੀ? ਦਾਦਾ ਜੀ ਕਮਰੇ ਵਿੱਚ ਕੀ ਕਰਦੇ ਆ? ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੀ ਤੇ ਕਹਿੰਦੀ, ਉਹ ਮੇਰੇ ਪਤੀ ਆ ਗਏ, ਮੈਂ ਚੱਲਦੀ ਹਾਂ। ਉਹ ਮੇਰਾ ਹੱਥ ਛੁਡਾ ਕੇ ਮੇਰੇ ਕਮਰੇ ਵਿੱਚੋਂ ਚਲੀ ਗਈ। ਮੈਨੂੰ ਬੜੀ ਹੈਰਾਨੀ ਹੋਈ। ਇਹ ਤਾਂ ਮੇਰੀ ਪੱਕੀ ਦੋਸਤ ਸੀ। ਇਹ ਮੇਰੇ ਕੋਲੋਂ ਕੁਝ ਨਹੀਂ ਲੁਕਾਉਂਦੀ ਸੀ। ਜਿਸ ਰਾਜ ਨੂੰ ਮੈਂ ਸਾਲਾਂ ਤੋਂ ਜਾਣਨ ਲਈ ਬੇਚੈਨ ਸੀ, ਮੈਨੂੰ ਪੂਰੀ ਉਮੀਦ ਸੀ ਕਿ ਸਵੇਰ ਹੁੰਦੇ ਹੀ ਮੈਨੂੰ ਸਾਰਾ ਪਤਾ ਲੱਗ ਜਾਊ, ਪਰ ਉਹ ਨਾ ਹੋਇਆ। ਮੈਨੂੰ ਸਿੰਮੀ ਤੇ ਬਹੁਤ ਗੁੱਸਾ ਆਇਆ ਕਿ ਜੇ ਉਸ ਨਾਲ ਕੁਝ ਗਲਤ ਹੁੰਦਾ ਤਾਂ ਉਸ ਨੂੰ ਦੱਸਣਾ ਚਾਹੀਦਾ ਸੀ। ਮੈਨੂੰ ਆਪਣੇ ਦਾਦਾ ਜੀ ਇਸ ਵਜ੍ਹਾ ਨਾਲ ਵਧੀਆ ਨਹੀਂ ਲੱਗਦੇ ਸੀ, ਪਰ ਉਹਨਾਂ ਦਾ ਰਵੱਈਆ ਮੇਰੇ ਪ੍ਰਤੀ ਵਧੀਆ ਸੀ। ਇੱਧਰ ਮੈਂ ਵੀ ਇੱਕ ਲੜਕੀ ਹੋ ਕੇ ਆਪਣੇ ਵਿਆਹ ਦੀ ਖੁਆਇਸ਼ ਕਰ ਰਹੀ ਸੀ। ਇੱਕ ਦਿਨ ਮੈਂ ਆਪਣੀ ਮਾਂ ਨੂੰ ਗੁੱਸੇ ਵਿੱਚ ਆ ਕੇ ਕਿਹਾ, ਵਧੀਆ ਅਸੂਲ ਹੈ ਤੁਹਾਡੇ, ਮੇਰੀ ਉਮਰ ਲੰਘਦੀ ਜਾਂਦੀ ਆ, ਲੇਕਿਨ ਮੇਰੇ ਵਿਆਹ ਦੀ ਕਿਸੇ ਨੂੰ ਕੋਈ ਫਿਕਰ ਨਹੀਂ, ਅਤੇ ਜੇ ਮੈਂ ਇਹ ਆਪਣੇ ਮੂੰਹ ਨਾਲ ਗੱਲ ਕਹਾਂ ਤਾਂ ਤੁਹਾਨੂੰ ਗਲਤ ਲੱਗਦਾ। ਇੱਧਰ ਦਾਦਾ ਜੀ ਖੁੱਲ੍ਹੇਆਮ ਲੜਕੀਆਂ ਨਾਲ ਰੰਗਰੀਲੀਆਂ ਮਨਾਉਂਦੇ ਆ, ਉਦੋਂ ਤਾਂ ਕਿਸੇ ਨੂੰ ਗਲਤ ਨਹੀਂ ਲੱਗਦਾ। ਮੇਰੀ ਗੱਲ ਸੁਣ ਕੇ ਮੇਰੀ ਮੰਮੀ ਨੇ ਉੱਠ ਕੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ, ਬਹੁਤ ਜ਼ੁਬਾਨ ਚੱਲਦੀ ਆ ਤੇਰੀ। ਅੱਗੇ ਤੋਂ ਦਾਦਾ ਜੀ ਦੇ ਖਿਲਾਫ ਇੱਕ ਲਫ਼ਜ਼ ਵੀ ਬੋਲਿਆ ਤਾਂ ਮੈਂ ਤੇਰੇ ਪਾਪਾ ਨੂੰ ਦੱਸ ਦਊਂਗੀ ਤੇ ਉਹ ਤੈਨੂੰ ਜਿੰਦਾ ਨਹੀਂ ਛੱਡਣਗੇ। ਮੈਂ ਆਪਣੀ ਮੰਮੀ ਦੀ ਸ਼ਕਲ ਦੇਖਦੀ ਰਹਿ ਗਈ। ਹੁਣ ਤਾਂ ਮੇਰੀ ਹੋਰ ਵੀ ਇੱਛਾ ਹੋ ਰਹੀ ਸੀ ਇਹ ਸਭ ਜਾਣਨ ਦੀ। ਆਖਿਰ ਦਾਦਾ ਜੀ ਅਜਿਹਾ ਕਿਹੜਾ ਨੇਕ ਕੰਮ ਕਰਦੇ ਆ ਜੋ ਲੋਕ ਉਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੁਣਦੇ, ਕੋਈ ਵੀ ਉਹਨਾਂ ਉੱਤੇ ਸ਼ੱਕ ਨਹੀਂ ਕਰਦਾ। ਇਹ ਕਿਹੋ ਜਿਹਾ ਘਟੀਆ ਰਿਵਾਜ ਆ। ਇਹ ਬੇਵਕੂਫ ਲੋਕ ਆਪਣੀ ਇੱਜ਼ਤ ਰਾਤ ਨੂੰ ਦੇਣ ਲਈ ਆਦਮੀ ਕੋਲ ਭੇਜ ਦਿੰਦੇ ਆ। ਮੈਨੂੰ ਸਾਰੇ ਪਿੰਡ ਵਾਲਿਆਂ ਤੇ ਗੁੱਸਾ ਆਉਣ ਲੱਗਿਆ। ਇੰਨੀ ਸਿੱਧੀ ਸਾਦੀ ਗੱਲ ਆ ਜੋ ਇਹਨਾਂ ਨੂੰ ਸਮਝ ਨਹੀਂ ਆਉਂਦੀ। ਹੁਣ ਮੈਂ ਸੋਚਿਆ ਮੈਂ ਦੁਲਹਨ ਬਣ ਕੇ ਦਾਦਾ ਜੀ ਦੇ ਕਮਰੇ ਵਿੱਚ ਜਾਵਾਂਗੀ। ਮੈਂ ਪਿੰਡ ਵਿੱਚ ਵਿਆਹ ਹੋਣ ਦਾ ਇੰਤਜ਼ਾਰ ਕਰਨ ਲੱਗੀ। ਮੈਂ ਦਿਲ ਵਿੱਚ ਪੱਕਾ ਇਰਾਦਾ ਕਰ ਚੁੱਕੀ ਸੀ ਕਿ ਮੈਂ ਇਸ ਦਾ ਪਰਦਾ ਫਾਸ਼ ਕਰਕੇ ਹੀ ਹਟਾਂਗੀ। 2 ਮਹੀਨੇ ਬਾਅਦ ਇੱਕ ਲੜਕੀ ਦਾ ਵਿਆਹ ਆਇਆ। 18 ਸਾਲ ਦੀ ਲੜਕੀ ਸੀ, ਜਿਸ ਨੂੰ ਲੈ ਕੇ ਉਸਦੇ ਘਰ ਦੇ ਸਾਡੇ ਮਹਿਲ ਵਿੱਚ ਆਏ। ਮੈਂ ਦੇਖ ਕੇ ਹੈਰਾਨ ਰਹਿ ਗਈ। ਉਹ ਲੜਕੀ ਬੁਰੀ ਤਰ੍ਹਾਂ ਘਬਰਾਈ ਹੋਈ ਸੀ। ਪਹਿਲਾਂ ਉਸ ਨੂੰ ਸਾਡੀ ਵੱਡੀ ਸਾਰੀ ਲੌਬੀ ਵਿੱਚ ਬਿਠਾਇਆ ਗਿਆ। ਮੈਂ ਜਾ ਕੇ ਉਸ ਕੋਲ ਬੈਠ ਗਈ। ਮੈਂ ਉਸ ਨੂੰ ਦੱਸਿਆ ਕਿ ਮੇਰੇ ਦਾਦਾ ਜੀ ਸਹੀ ਨਹੀਂ, ਮੈਂ ਤੈਨੂੰ ਇਸ ਜ਼ੁਲਮ ਤੋਂ ਬਚਾ ਸਕਦੀ ਹਾਂ ਜੇ ਤੂੰ ਮੇਰੇ ਨਾਲ ਰਲ ਜਾਵੇਂ। ਉਸ ਨੇ ਡਰਦੀ ਨੇ ਹਾਮੀ ਭਰ ਦਿੱਤੀ ਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ। ਮੈਂ ਕਿਚਨ ਵਿੱਚ ਜਾ ਕੇ ਮੇਨ ਸਵਿਚ ਆਫ ਕਰ ਦਿੱਤੀ, ਜਿਸ ਨਾਲ ਸਾਰੇ ਘਰ ਦੀ ਲਾਈਟ ਚਲੀ ਗਈ। ਮੈਂ ਬਾਂਹ ਫੜ ਕੇ ਉਸ ਦੀ ਆਪਣੇ ਕਮਰੇ ਵਿੱਚ ਲੈ ਆਈ। ਉਸ ਦੇ ਕੱਪੜੇ ਮੈਂ ਆਪ ਪਾ ਲਏ। ਉਸ ਨੂੰ ਕਮਰੇ ਵਿੱਚ ਬੰਦ ਕਰਕੇ ਲਾਈਟ ਆਉਣ ਤੋਂ ਪਹਿਲਾਂ ਮੈਂ ਉਸੇ ਲੌਬੀ ਵਿੱਚ ਆ ਕੇ ਬੈਠ ਗਈ। ਮੇਰਾ ਦਿਲ ਡਰ ਰਿਹਾ ਸੀ। ਇੰਨਾ ਵੱਡਾ ਕਦਮ ਜੋ ਉਠਾਇਆ ਸੀ, ਮੈਂ ਬਹੁਤ ਘਬਰਾ ਰਹੀ ਸੀ ਕਿ ਜੇ ਮੇਰਾ ਪੋਲ ਖੁੱਲ੍ਹ ਗਿਆ ਤਾਂ ਮੇਰੇ ਮਾਂ-ਬਾਪ ਮੈਨੂੰ ਬਹੁਤ ਮਾਰਨਗੇ। ਹੁਣ ਕੀ ਹੋ ਸਕਦਾ ਸੀ, ਕਿਉਂਕਿ ਮੈਂ ਦੁਲਹਨ ਦੀ ਜਗ੍ਹਾ ਉਸ ਕਮਰੇ ਵਿੱਚ ਜਾ ਚੁੱਕੀ ਸੀ। ਦਾਦਾ ਜੀ ਕਮਰੇ ਵਿੱਚ ਆਏ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਇੱਧਰ ਮੇਰਾ ਦਿਲ ਵੀ ਲੱਗਦਾ ਸੀ ਧੜਕਣਾ ਬੰਦ ਹੋ ਗਿਆ। ਮੈਨੂੰ ਡਰ ਸੀ ਕਿ ਜੇ ਉਹਨਾਂ ਨੇ ਮੇਰੇ ਮੂੰਹ ਤੋਂ ਚੁੰਨੀ ਲਾ ਲਈ ਤੇ ਮੇਰਾ ਕੀ ਹੋਊਗਾ। ਦਾਦਾ ਜੀ ਮੇਰੇ ਸਾਹਮਣੇ ਬੈਠ ਗਏ ਤੇ ਕਹਿਣ ਲੱਗੇ, ਅੱਜ ਤੱਕ ਜਿੰਨੀਆਂ ਵੀ ਲੜਕੀਆਂ ਆਈਆਂ ਉਹਨਾਂ ਵਿੱਚੋਂ ਤੂੰ ਸਭ ਤੋਂ ਘੱਟ ਉਮਰ ਦੀ ਆ। ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੈਨੂੰ ਕੱਲ ਵਾਪਸ ਨਹੀਂ ਜਾਣ ਦੇਵਾਂਗਾ। ਉਸ ਨਾਲੋਂ ਤੇਰਾ ਤਲਾਕ ਕਰਵਾ ਕੇ ਮੈਂ ਤੈਨੂੰ ਆਪਣੇ ਕੋਲ ਰੱਖ ਲਵਾਂਗਾ, ਕਿਉਂਕਿ ਮੇਰਾ ਤੇਰੇ ਉੱਤੇ ਦਿਲ ਆ ਗਿਆ। ਇਸ ਤੋਂ ਪਹਿਲਾਂ ਹੀ ਉਹ ਕੁਝ ਹੋਰ ਬੋਲਦੇ। ਮੈਂ ਉਸ ਨੂੰ ਕਿਹਾ, ਇਹ ਕਿਵੇਂ ਮੁਮਕਿਨ ਆ? ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ, ਕਿਉਂਕਿ ਮੈਂ ਜੋ ਸੋਚਿਆ ਸੀ ਉਹੀ ਸਭ ਕੁਝ ਹੋ ਰਿਹਾ ਸੀ ਇੱਥੇ।
ਮੈਂ ਉਸ ਨੂੰ ਕਿਹਾ ਕਿ ਮੈਂ ਕਿਸੇ ਹੋਰ ਦੀ ਪਤਨੀ ਹਾਂ। ਉਹ ਕਹਿਣ ਲੱਗੇ, ਮੈਂ ਇਹਨਾਂ ਨੂੰ ਕਹਿ ਦਊਂਗਾ ਕਿ ਇਸ ਦਾ ਚਰਿੱਤਰ ਸਹੀ ਨਹੀਂ। ਮੇਰੀ ਗੱਲ ਤੇ ਸਭ ਯਕੀਨ ਕਰਦੇ ਆ। ਜੇ ਤੂੰ ਮੇਰੀ ਗੱਲ ਆਰਾਮ ਨਾਲ ਮੰਨ ਲਈ ਤਾਂ ਮੈਂ ਤੈਨੂੰ ਆਪਣੀ ਜਾਇਦਾਦ ਵਿੱਚੋਂ ਬਹੁਤ ਕੁਝ ਦੇਵਾਂਗਾ। ਮੈਂ ਕਿਹਾ ਮਨਜ਼ੂਰ ਆ, ਕਿਉਂਕਿ ਮੈਨੂੰ ਆਪਣਾ ਪਤੀ ਪਸੰਦ ਨਹੀਂ। ਮੈਂ ਤੁਹਾਡੇ ਨਾਲ ਬਹੁਤ ਖੁਸ਼ੀ ਨਾਲ ਰਹਿਣਾ ਚਾਹੁੰਦੀ ਹਾਂ, ਪਰ ਮੇਰੀ ਇੱਕ ਸ਼ਰਤ ਮੰਨ ਲਓ। ਤੇ ਉਹ ਕਹਿਣ ਲੱਗੇ, ਜੋ ਕਹੇਂਗੀ ਮੈਂ ਉਹ ਜ਼ਰੂਰ ਪੂਰੀ ਕਰਾਂਗਾ। ਮੈਂ ਕਿਹਾ, ਤੁਸੀਂ ਆਪਣੀ ਸਾਰੀ ਸੱਚਾਈ ਮੇਰੇ ਸਾਹਮਣੇ ਰੱਖ ਦਿਓ ਤੇ ਮੈਂ ਦਾਸੀ ਬਣ ਕੇ ਤੁਹਾਡੀ ਸੇਵਾ ਕਰੂੰਗੀ। ਉਸਨੇ ਕਿਹਾ, ਠੀਕ ਹੈ, ਤੂੰ ਤਾਂ ਬਹੁਤ ਵਧੀਆ ਜੋ ਮੇਰੀ ਗੱਲ ਇੰਨੀ ਖੁਸ਼ੀ ਨਾਲ ਮੰਨਣ ਨੂੰ ਤਿਆਰ ਹੋ ਗਈ। ਮੈਂ ਉਸ ਨੂੰ ਕਿਹਾ, ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਉਂਦੇ ਹੋ? ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗਿਆ ਤੇ ਬੋਲਿਆ ਕਿ ਇਹ ਭੋਲੇ ਭਾਲੇ ਪਿੰਡਾਂ ਦੇ ਲੋਕ ਆ, ਇਹਨਾਂ ਨੂੰ ਜਿਵੇਂ ਮਰਜ਼ੀ ਗੁੰਮਰਾਹ ਕਰ ਲਓ। ਇਹ ਪੀੜ੍ਹੀ ਦਰ ਪੀੜ੍ਹੀ ਪਿੱਛੇ ਲੱਗ ਜਾਂਦੇ ਆ। ਇਹ ਕਿਸੇ ਵੀ ਗੱਲ ਨੂੰ ਬਿਨਾਂ ਸੋਚੇ ਸਮਝੇ ਰਿਵਾਜ ਬਣਾ ਲੈਂਦੇ ਆ। ਮੈਂ ਵਿਆਹ ਨਹੀਂ ਕਰਵਾਇਆ ਅਤੇ ਮੈਂ ਐਲਾਨ ਕਰ ਦਿੱਤਾ ਕਿ ਮੇਰੇ ਵਿੱਚ ਇੱਕ ਪੀਰ ਪੈਗੰਬਰ ਆਉਂਦਾ ਅਤੇ ਉਹ ਨਵੀਂ ਵਿਆਹੀ ਲੜਕੀ ਦੀ ਖੁਆਇਸ਼ ਰੱਖਦਾ ਤੇ ਉਸ ਦੇ ਚਰਿੱਤਰ ਬਾਰੇ ਦੱਸਦਾ। ਮੈਨੂੰ ਉਹ ਮੰਤਰ ਸਾਰੀ ਰਾਤ ਪੜ੍ਹਨਾ ਪੈਂਦਾ ਹੈ ਅਤੇ ਮੈਨੂੰ ਉਸ ਦੇ ਆਉਣ ਵਾਲੇ ਜੀਵਨ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ। ਮੈਂ ਥੋੜਾ ਚਿਰ ਪੂਜਾ ਪਾਠ ਵੀ ਕੀਤੀ। ਇਸ ਨਾਲ ਲੋਕ ਮੇਰੇ ਤੇ ਯਕੀਨ ਕਰਨ ਲੱਗੇ। ਮੈਂ ਰਾਤ ਨੂੰ ਉਹਨਾਂ ਨੂੰ ਦੁੱਧ ਵਿੱਚ ਨਸ਼ੇ ਦੀ ਦਵਾਈ ਮਿਲਾ ਕੇ ਪਿਲਾ ਦਿੰਦਾ ਤੇ ਉਹਨਾਂ ਨੂੰ ਕਹਿੰਦਾ, ਦੁੱਧ ਪੀ ਕੇ ਸੌਂ ਜਾਓ ਤੇ ਮੈਂ ਆਪਣਾ ਮੰਤਰ ਪੜ੍ਹਨਾ ਸ਼ੁਰੂ ਕਰਾਂ। ਜਿਵੇਂ ਹੀ ਦੁੱਧ ਪੀਂਦੀਆਂ ਤੇ ਸੌ ਜਾਂਦੀਆਂ, ਇੱਧਰ ਮੈਂ ਆਪਣੀਆਂ ਖੁਆਇਸ਼ਾਂ ਪੂਰੀਆਂ ਕਰ ਲੈਂਦਾ ਅਤੇ ਸਵੇਰੇ ਇੱਕ ਤੋਹਫਾ ਉਸ ਦੇ ਹੱਥ ਤੇ ਰੱਖ ਦਿੰਦਾ, ਜਿਸ ਵਿੱਚ ਸੋਨੇ ਦੀ ਇੱਕ ਅੰਗੂਠੀ ਹੁੰਦੀ ਅਤੇ ਉਹਨਾਂ ਨੂੰ ਕਹਿ ਦਿੰਦਾ ਕਿ ਡੱਬੇ ਵਿੱਚੋਂ ਜੇ ਇੱਕ ਅੰਗੂਠੀ ਨਿਕਲੀ ਤਾਂ ਸਮਝ ਜਾਣਾ ਕਿ ਤੇਰਾ ਆਉਣ ਵਾਲਾ ਸਮਾਂ ਬਹੁਤ ਵਧੀਆ। ਉਹ ਅੰਗੂਠੀ ਵੀ ਕਿਹੜਾ ਮੇਰੇ ਕੋਲੋਂ ਜਾਂਦੀਆਂ ਸੀ। ਇਹ ਲੋਕ ਮੈਨੂੰ ਚੜਾ ਜਾਂਦੇ ਤੇ ਮੈਂ ਅੰਗੂਠੀ ਬਣਾ ਕੇ ਇਹਨਾਂ ਨੂੰ ਹੀ ਦੇ ਦਿੰਦਾ। ਮੇਰੇ ਕੋਲ ਮੋਬਾਈਲ ਸੀ। ਇਹ ਲੋਕ ਮੈਨੂੰ ਚੜਾ ਜਾਂਦੇ ਤੇ ਮੈਂ ਅੰਗੂਠੀ ਬਣਾ ਕੇ ਇਹਨਾਂ ਨੂੰ ਹੀ ਦੇ ਦਿੰਦਾ। ਮੇਰੇ ਕੋਲ ਮੋਬਾਈਲ ਸੀ ਤੇ ਸਾਰਾ ਕੁਝ ਮੈਂ ਉਸ ਵਿੱਚ ਰਿਕਾਰਡ ਕਰ ਲਿਆ ਸੀ। ਮੈਂ ਸਭ ਗੱਲਾਂ ਸੁਣ ਕੇ ਆਪਣਾ ਮੂੰਹ ਨੰਗਾ ਕੀਤਾ ਤਾਂ ਦਾਦਾ ਜੀ ਦੇਖ ਕੇ ਮੈਨੂੰ ਦੰਗ ਰਹਿ ਗਏ ਤੇ ਕਹਿਣ ਲੱਗੇ, ਤੂੰ ਇੱਥੇ ਕੀ ਕਰ ਰਹੀ ਆਂ? ਮੈਂ ਕਿਹਾ, ਮੈਂ ਤੁਹਾਡੀ ਸੱਚਾਈ ਜਾਣਨਾ ਚਾਹੁੰਦੀ ਸੀ। ਤੁਸੀਂ ਨੇਕ ਨਾਮੀ ਦਾ ਲਿਬਾਸ ਪਹਿਨ ਕੇ ਜੋ ਘੁੰਮ ਰਹੇ ਸੀ। ਮੈਨੂੰ ਅਫਸੋਸ ਹੈ ਕਿ ਤੁਹਾਡੀ ਝੂਠੀ ਕਹਾਣੀ ਸੁਣ ਕੇ ਲੋਕ ਕਿਵੇਂ ਯਕੀਨ ਕਰ ਲੈਂਦੇ ਆ। ਦਾਦਾ ਜੀ ਦਾ ਰੰਗ ਉੱਡ ਗਿਆ। ਉਹ ਮੈਨੂੰ ਲਾਲਚ ਦੇਣ ਲੱਗੇ। ਉਸਨੇ ਕਿਹਾ, ਇਹਦੇ ਨਾਲ ਆਪਾਂ ਨੂੰ ਇੰਨਾ ਪੈਸਾ ਆਉਂਦਾ, ਤੂੰ ਜੋ ਚਾਹੇ ਖਰੀਦ ਸਕਦੀ ਆ। ਤੂੰ ਕਿਉਂ ਕਮਲੀ ਹੋਈ ਹੈ? ਮੈਂ ਤਾਂ ਤੇਰਾ ਵਿਆਹ ਵੀ ਇਸ ਕਰਕੇ ਨਹੀਂ ਕੀਤਾ ਕਿ ਤੈਨੂੰ ਵੀ ਇਸ ਪਾਸੇ ਲੈ ਆਵਾਂ ਤਾਂ ਜੋ ਆਪਾਂ ਲੋਕਾਂ ਤੋਂ ਪੈਸਾ ਬਟੋਰ ਸਕੀਏ ਤੇ ਆਰਾਮ ਨਾਲ ਰਹਿ ਸਕੀਏ। ਤੂੰ ਮੈਨੂੰ ਦੱਸ, ਤੈਨੂੰ ਕਿੰਨੇ ਪੈਸੇ ਚਾਹੀਦੇ ਆ? ਸੋਨਾ ਚਾਹੀਦਾ ਜਾਂ ਚਾਂਦੀ ਚਾਹੀਦੀ? ਕੀ ਚਾਹੀਦਾ ਤੈਨੂੰ? ਮੈਂ ਰੋਂਦੀ ਹੋਈ ਉੱਥੋਂ ਉੱਠ ਕੇ ਬਾਹਰ ਆ ਗਈ ਤੇ ਰੌਲਾ ਪਾ ਦਿੱਤਾ। ਉਹ ਰਿਕਾਰਡਿੰਗ ਮੈਂ ਸਭ ਨੂੰ ਸੁਣਾ ਦਿੱਤੀ। ਸਾਰੇ ਪਿੰਡ ਵਿੱਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ। ਪਿੰਡ ਵਾਲਿਆਂ ਨੇ ਦਾਦਾ ਜੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਮੈਨੂੰ ਇਸ ਗੱਲ ਦਾ ਭੌਰਾ ਵੀ ਅਫਸੋਸ ਨਹੀਂ ਸੀ ਕਿ ਮੈਂ ਕੁਝ ਗਲਤ ਕੀਤਾ, ਕਿਉਂਕਿ ਮੈਂ ਇੱਕ ਗਲਤ ਰਸਮ ਨੂੰ ਖਤਮ ਕਰ ਦਿੱਤਾ ਸੀ ਤੇ ਲੋਕਾਂ ਨੂੰ ਵੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਐਵੇਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਨਾ ਉਜਾੜਿਆ ਕਰੋ। ਇਹ ਪਖੰਡੀ ਬਾਬੇ ਤੁਹਾਡੀਆਂ ਇੱਜ਼ਤਾਂ ਲੁੱਟਦੇ ਆ ਤੇ ਨਾਲ ਤੁਹਾਡਾ ਪੈਸਾ ਵੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।